जेता समुंद सागर नील भरिया तेते अगन हमारे दया करो किच मेहर पाओ डूबदे पत्थर तारे जीड़ा अगन बराबर तपै भीतर वगै काती पर्वत नानक हुक्म बजान सुख होवै दिन राति पर्वत नानक हुक्म बचान सुख होवै दिन राति जुगो जुगा टाल शवर तक दे मालक बाणी दे बोहित ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਸਾਧ ਸੰਗਤ ਆਪ ਸਾਰੇ ਵਡ ਭਾਗੀ ਹੋ ਜੋ ਸ਼ਾਮਾਂ ਦੇ ਦੀਵਾਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੇ ਪਾਵਨ ਬਾਣੀ ਦੇ ਸੋਦਰ ਸਾਹਿਬ ਜੀ ਦੇ ਪਾਠ ਉਪਰੰਤ ਸ਼ਬਦ ਕੀਰਤਨ ਸ਼ਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਚੱਲ ਰਹੀ ਲੜੀਵਾਰ ਵਿਚਾਰ ਇਤਿਹਾਸ ਦੀ ਜੀਵਨ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਆਪ ਜੀ ਦੇ ਨਾਲ ਹਰ ਰੋਜ਼ ਸ਼ਾਮਾਂ ਨੂੰ ਸੋਦਰ ਜੀ ਦੇ ਪਾਠ ਉਪਰੰਤ ਕੋਈ 20 ਮਿੰਟ ਵਾਸਤੇ ਜੋ ਲੜੀਵਾਰ ਇਤਿਹਾਸ ਦੀ ਵਿਚਾਰ ਸਾਂਝੀ ਕੀਤੀ ਜਾਂਦੀ ਹੈ। ਆਓ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਦੋਨੋਂ ਹੱਥ ਜੋੜ ਕੇ ਬੁਲਾਓ ਅਸੀਸ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਵਿਚਾਰ ਕਰ ਰਹੇ ਸਾਂ ਸੰਨ 1682 ਦੇ ਵਿੱਚ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਕਿ ਉਹਨਾਂ ਦੀ ਉਮਰ ਉਸ ਵਕਤ 16 ਸਾਲ ਦੀ ਸੀ 9 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠਦੇ ਨੇ ਤੇ 16 ਸਾਲ ਦੀ ਉਮਰ ਵਿੱਚ ਉਹਨਾਂ ਨੇ ਬਹੁਤ ਵੱਡਾ ਇੱਕ ਧੌਂਸਾ ਜਿਹਨੂੰ ਨਗਾਰਾ ਕਹਿੰਦੇ ਇਹ ਨਗਾਰਾ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਇਹ ਲਾਗੂ ਹੋਇਆ ਹੈ ਗੁਰਦੁਆਰਿਆਂ ਵਿੱਚ ਆਇਆ ਹੈ ਕਿਉਂਕਿ ਉਸ ਵਕਤ ਗੁਰੂ ਸਾਹਿਬ ਨਾ ਇਲੈਕਟ੍ਰੋਨਿਕਸ ਮੀਡੀਆ ਸੀ ਨਾ ਸਪੀਕਰ ਸਾਊਂਡ ਦਾ ਪ੍ਰਬੰਧ ਕੋਈ ਨਹੀਂ ਸੀ ਤੇ ਇੱਕ ਜਰੀਆ ਸੀ ਜਦੋਂ ਇਹ ਧੌਂਸਾ ਵੱਜਦਾ ਸੀ ਨਗਾਰਾ ਵੱਜਦਾ ਸੀ ਇਹਦੀ ਆਵਾਜ਼ ਦੂਰ ਦਰਾਡੇ ਤੱਕ ਜਾਂਦੀ ਸੀ ਤੇ ਇਹ ਇੱਕ ਸਮਝ ਲਓ ਅਲਾਰਮ ਸੀ ਸਵੇਰੇ ਵੱਜਦਾ ਸੀ ਜਦੋਂ ਵੱਜਦਾ ਸਿੱਖ ਸੰਗਤਾਂ ਉੱਠ ਕੇ ਕਿਉਂਕਿ ਨਾ ਘੜੀਆਂ ਸਨ ਕੁਝ ਸਿਸਟਮ ਨਹੀਂ ਸੀ ਲੋਕ ਆਪਣੇ ਅੰਦਾਜ਼ੇ ਨਾਲ ਉੱਠਦੇ ਸਨ ਕੋਈ ਅੱਗੇ ਕੋਈ ਪਿੱਛੇ ਹੁੰਦਾ ਸੀ ਗੁਰੂ ਸਾਹਿਬ ਜੀ ਨੇ ਇੱਕ ਪੱਖ ਇੰਦਾ ਆਇਆ ਸੀ ਵੀ ਇਹ ਟਾਈਮ ਦੇ ਨਾਲ ਵੱਜਦਾ ਸੀ ਤੇ ਸਾਰੀਆਂ ਸਿੱਖ ਸੰਗਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਗੁਰੂ ਸਾਹਿਬ ਬੁਲਾ ਰਹੇ ਨੇ ਗੁਰੂ ਸਾਹਿਬ ਸੰਗਤਾਂ ਨੂੰ ਉਪਦੇਸ਼ ਕਰਨਗੇ ਗੁਰੂ ਸਾਹਿਬ ਸੰਗਤਾਂ ਨੂੰ ਨਿਹਾਲ ਕਰਨਗੇ ਦੂਜਾ ਪੱਖ ਹੁੰਦਾ ਸੀ ਵੀ ਉਸ ਵਕਤ ਮੁਗਲ ਸਰਕਾਰ ਦਾ ਹੁਕਮ ਸੀ ਕੋਈ ਆਪਣੇ ਕੋਲ ਕੋਈ ਨਗਾਰਾ ਨਹੀਂ ਰੱਖ ਸਕਦਾ ਘੋੜੇ ਨਹੀਂ ਰੱਖ ਸਕਦਾ ਸ਼ਸਤਰ ਨਹੀਂ ਰੱਖ ਸਕਦਾ ਇਸ ਕਰਕੇ ਸਾਡੇ ਰਾਜ ਦੇ ਅੰਦਰ ਇਹ ਨਗਾਰਾ ਇਹ ਧੌਂਸਾ ਨਹੀਂ ਵੱਜੇਗਾ ਜਦੋਂ ਸਿੰਘ ਸੂਰਮੇ ਚੜ੍ਹਾਈ ਕਰਦੇ ਸਨ ਜੰਗਾਂ ਯੁੱਧਾਂ ਵਾਲੇ ਪਾਸੇ ਉਦੋਂ ਵੀ ਨਗਾਰਾ ਵੱਜਦਾ ਸੀ ਤੇ ਇਹ ਸ਼ਾਮੀ ਸਵੇਰੇ ਦੋਨੋਂ ਸਾਹਿਬ ਵੱਜਦਾ ਸੀ
ਸਿੱਖ ਸੰਗਤਾਂ ਨੂੰ ਇਕੱਠਾ ਕਰਨ ਦਾ ਇੱਕ ਲਾਰਮ ਸੀ। ਸੋ ਦੋ ਪੱਖ ਨੇ, ਇੱਕ ਜਦੋਂ ਜੰਗਾਂ ਜੁੱਧਾਂ ਤੇ ਸਿੰਘ ਜਾਂਦੇ ਨੇ, ਇਹ ਉਦੋਂ ਵੱਜਦਾ ਸੀ ਅੰਦਰ, ਤੇ ਉਧਰੋਂ ਜਦੋਂ ਦੀਵਾਨ ਸਜਦੇ ਸਨ ਤੇ ਉਦੋਂ ਇਹ ਧੌਂਸਾ ਨਗਾਰਾ ਵੱਜਦਾ ਸੀ। ਸੰਨ 1682 ਵਿੱਚ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਵਜਾਉਣ ਦਾ ਆਰੰਭ ਕੀਤਾ ਹੈ। ਅੱਜ ਆਪਾਂ ਵਿਚਾਰ ਕਰਨੀ ਹੈ ਕੁਝ ਮਸੰਦ ਅਤੇ ਕੁਝ ਅਣਜਾਣ ਸਿੱਖ ਜਿਨ੍ਹਾਂ ਨੂੰ ਇਹ ਸਹਿਮ ਸੀ। ਉਹ ਸਹਿਮ ਕੀ ਸੀ? ਜਦੋਂ ਆਰੀਆ ਲੋਕ ਭਾਰਤ ਦੇਸ਼ 'ਚ ਆਏ ਥੇ ਤੇ ਇਹਨਾਂ ਨੇ ਆਉਂਦੇ ਹੀ ਆਪਣੇ ਆਰੀਆ ਲੋਕਾਂ ਦੇ ਵਿੱਚ, ਹਿੰਦੂਆਂ ਦੇ ਵਿੱਚ, ਬ੍ਰਾਹਮਣਾਂ ਦੇ ਵਿੱਚ ਇਸ ਨੂੰ 4 ਵਰਨਾਂ ਵਿੱਚ ਵੰਡਿਆ, ਕਿਉਂਕਿ ਵੰਡ ਕੀਤੀ ਜਾਂਦੀ ਹੈ ਪਰ ਜੇ ਨੇਕ ਨੀਤੀ ਹੋਵੇ। ਪਰ ਇੱਥੇ ਸੀ ਵੀ ਜਿਨ੍ਹਾਂ ਨੇ ਵੰਡ ਕੀਤੀ ਸੀ ਉਹ ਸਨ ਬ੍ਰਾਹਮਣ। ਪਹਿਲੀ ਵੰਡ ਕੀਤੀ ਬ੍ਰਾਹਮਣ ਜਿਹੜਾ ਹੈ ਉਹ ਧਾਰਮਿਕ ਗ੍ਰੰਥਾਂ ਦੇ ਨਾਲ, ਪੜ੍ਹਾਈ ਦੇ ਨਾਲ ਸੰਬੰਧ ਹੋਵੇਗਾ। ਧਰਮ ਦੇ ਜਿੰਨੇ ਵੀ ਕੰਮ ਨੇ ਉਹ ਸਾਰੇ ਬ੍ਰਾਹਮਣ ਨਿਭਾਏਗਾ। ਦੂਜਾ ਸੀ ਵੀ ਸਾਨੂੰ ਫੌਜਾਂ ਦੀ ਲੋੜ ਹੈ, ਸਿਪਾਹੀਆਂ ਦੀ ਲੋੜ ਹੈ, ਲੜਾਕਿਆਂ ਦੀ ਲੋੜ ਹੈ, ਤੇ ਖੱਤਰੀਆਂ ਨੂੰ ਇਹ ਡਿਊਟੀ ਦਿੱਤੀ, ਤੁਹਾਡਾ ਕੰਮ ਹੈ ਕੇਵਲ ਸਾਡੀ ਹਿਫਾਜ਼ਤ ਕਰਨੀ, ਸਾਨੂੰ ਬਚਾਉਣਾ। ਤੀਜੇ ਲੋਕ ਉਹ ਸਨ ਜਿਹੜੇ ਵੈਸ਼ ਅਨਵੈਸ਼। ਤੀਜੇ ਲੋਕ ਉਹ ਵੰਡੇ ਗਏ ਜਿਹੜੇ ਜ਼ਿਮੀਂਦਾਰਾਂ ਸਿਸਟਮ ਨਾਲ ਜੁੜੇ ਹੋਏ ਨੇ, ਅਨਾਜ ਵਗੈਰਾ ਪੈਦਾ ਕਰਨਾ। ਮੁੱਕਦੀ ਗੱਲ, ਅੰਨ ਪੈਦਾ ਕਰਕੇ ਬ੍ਰਾਹਮਣ ਤੱਕ ਦੇਣਾ। ਤੀਜੇ ਉਹ ਲੋਕ ਸਨ ਜਿਹੜੇ ਸੇਵਾ ਜਿਹਨੂੰ ਕਹਿੰਦੇ ਨੇ, ਮੈਲਾ ਆਦਿ ਗੰਦੇ ਕੰਮ ਜਿੰਨੇ ਵੀ ਨੇ ਉਹਨਾਂ ਦਾ ਕੰਮ ਹੈ। ਹੁਣ ਇੱਕ ਇਨਸਾਨ ਨੂੰ 4 ਹਿੱਸੇ 'ਚ ਵੰਡ ਦਿੱਤਾ ਗਿਆ। ਇਸੇ ਕਰਕੇ ਜਦੋਂ ਸਦੀਆਂ ਤੋਂ ਜਿਹੜਾ ਬ੍ਰਾਹਮਣ ਕਦੀ ਵੀ, ਜਿਹੜਾ ਇਹਨਾਂ ਨੇ ਵੰਡ ਜਦੋਂ ਕੀਤੀ ਸੀ ਨਾ, ਉਹਦੇ ਕੀ ਅਸੀਂ ਵੀ ਜਿਹੜਾ ਵਰਨ ਵੰਡ ਕਰ ਦਿੱਤੀ ਗਈ ਹੈ, ਵੈਸ਼ ਸ਼ੂਦਰ ਵਾਲਾ ਕੰਮ ਨਹੀਂ ਕਰੇਗਾ, ਸ਼ੂਦਰ ਵੈਸ਼ ਵਾਲਾ ਨਹੀਂ ਕਰੇਗਾ। ਸ਼ੂਦਰ ਕਦੀ ਧਾਰਮਿਕ ਕਿਤਾਬਾਂ ਨਹੀਂ ਪੜ੍ਹਦਾ, ਧਰਮ ਦੀ ਗਿਆਨ ਹਾਸਲ ਨਹੀਂ ਕਰ ਸਕਦਾ। ਜਿਹੜਾ ਕਸ਼ਤਰੀ ਸੀ ਉਹ ਸ਼ੂਦਰਾਂ ਤੇ ਵੈਸ਼ ਵਾਲਾ ਕੰਮ ਨਹੀਂ ਕਰੇਗਾ। ਇਹ ਇਹਨਾਂ ਨੂੰ ਕੰਮ ਵੰਡ ਦਿੱਤੇ ਗਏ। ਇਹ ਇਹਨਾਂ ਦੀ ਨੀਤੀ ਸੀ। ਇਹ ਨਹੀਂ ਕਿ ਇਹਨਾਂ ਨੂੰ ਪਤਾ ਨਹੀਂ ਸੀ ਵੀ ਇਸ ਨੀਤੀ ਦਾ ਨੁਕਸਾਨ ਕੀ ਹੋਣਾ, ਪਰ ਪਤਾ ਸੀ। ਪਰ ਉਹਨਾਂ ਨੂੰ ਪਤਾ ਸੀ ਜਿਹੜਾ ਬ੍ਰਾਹਮਣ ਸ੍ਰੇਸ਼ਟ ਹੈ, ਸਾਰੇ ਦੇ ਘਰ ਬ੍ਰਾਹਮਣ ਚੰਗਾ ਕੰਮ ਵੀ ਕਰੇ, ਮਾੜਾ ਵੀ ਕਰੇ ਤਾਂ ਵੀ ਦੇਵਤਾ, ਮਾੜਾ ਕੰਮ ਕਰੇ ਤਾਂ ਵੀ ਦੇਵਤਾ, ਚੰਗਾ ਕਰੀਏ ਦੇਵਤਾ ਤਾਂ ਹੈ ਹੀ ਹੈ। ਇਸ ਵਰਨ ਵੰਡ ਨੇ ਜੋ ਭਾਰਤ ਦੇਸ਼ ਦੀ ਦਸ਼ਾ ਬਣਾਈ ਨਾ, ਉਹ ਬੜੀ ਮਾੜੀ ਹੋਈ। ਗਰੀਬ ਬੰਦਾ ਗਰੀਬ ਰਹਿ ਗਿਆ, ਉਹਨੂੰ ਇੰਨਾ ਕੁ ਦਬਾਇਆ ਗਿਆ, ਉਹ ਉੱਠ ਨਾ ਸਕਿਆ। ਸਗੋਂ ਆਪ ਦੇਵਤੇ ਬਣ ਕੇ, ਆਪ ਸਿਪਾਹੀ ਬਣ ਕੇ ਉਹਨਾਂ ਕੋਲੋਂ ਜ਼ਬਰਦਸਤੀ ਕੰਮ ਕਰਾਉਂਦੇ ਰਹੇ। ਉਹਨਾਂ ਕੋਲ ਜ਼ਾਲਮਪੁਣਾ ਬਣ ਕੇ ਕੰਮ ਕਰਾਉਂਦੇ ਰਹੇ। ਉਹਨਾਂ ਨੂੰ ਜਿਹੜੀ ਉਹਨਾਂ ਦੀ ਉਜਰਤ ਬਣਦੀ ਸੀ ਨਾ ਦੇਣੀ, ਪੈਸਾ ਨਾ ਦੇਣਾ, ਉਹਨਾਂ ਦੀ ਦਿਹਾੜੀ ਨਾ ਦੇਣੀ, ਜ਼ਬਰਦਸਤੀ ਕੰਮ ਕਰਾਉਣੇ, ਕੁੱਟ-ਕੁੱਟ ਕੇ ਕੰਮ ਕਰਾਉਣਾ। ਤੋ ਇਹਨਾਂ ਦੇ ਇਹ ਸੀ ਵੀ ਇਹਨਾਂ ਨੇ ਜਿਹੜਾ ਕੰਮ, ਜਿਹੜਾ ਵਰਨ ਦਿੱਤਾ ਗਿਆ ਉਹ ਉਹੀ ਕੰਮ ਕਰੇਗਾ, ਦੂਜਾ ਨਹੀਂ ਕਰ ਸਕਦਾ। ਪੁਰਾਣੇ ਸਮੇਂ ਅੰਦਰ ਕਿਤਾਬਾਂ ਨਹੀਂ ਸਨ ਹੁੰਦੀਆਂ, ਤੇ ਜਿੰਨਾ ਵੀ ਧਾਰਮਿਕ, ਜੋ ਇਹਨਾਂ ਦੇ ਧਾਰਮਿਕ ਜੋ ਲਿਖਤ ਹੈ, ਜੋ ਵੇਦ ਸਿਮਰਤੀਆਂ ਨੇ, ਬ੍ਰਾਹਮਣ ਮੂੰਹ ਜ਼ਬਾਨੀ ਯਾਦ ਕਰਦਾ ਹੈ। ਇਸ ਕਰਕੇ ਵੀ ਇਹਨੂੰ ਚੰਗਾ ਸਮਝਿਆ ਜਾਂਦਾ ਹੈ, ਕਿਉਂਕਿ ਧਾਰਮਿਕ ਗੱਲ ਉਪਦੇਸ਼ ਦੇਣ ਵਾਲਾ ਬੰਦਾ ਚੰਗਾ ਸਮਝਿਆ ਜਾਂਦਾ ਹੈ। ਤੋ ਕਿਤਾਬਾਂ ਨਾ ਲਿਖੀਆਂ ਹੋਣ ਕਰਕੇ ਇਹਨਾਂ ਨੂੰ ਮੂੰਹ ਜ਼ਬਾਨੀ ਯਾਦ ਕਰਨਾ। ਜਿੰਨੇ ਵੀ ਧਾਰਮਿਕ ਕੰਮ ਨੇ ਸਾਰੇ ਬ੍ਰਾਹਮਣ ਨੇ ਆਪਣੇ ਕੋਲ ਰੱਖ ਲਏ। ਮਨੂ ਸਿਮਰਤੀ ਜਿਹੜੀ ਹੈ, ਮਨੂ ਨੇ ਵੰਡ ਕੀਤੀ ਸੀ।
ਭੁੱਲ ਕੇ ਵੀ ਕੋਈ ਜਿਨ੍ਹਾਂ ਦੀ ਵੰਡ ਸ਼ੂਦਰ ਤੇ ਵੈਸ਼ ਨੇ ਉਹ ਨਾਮ ਨਹੀਂ ਜਪ ਸਕਦੇ, ਉਹ ਚੰਗੀ ਗੱਲ ਨਹੀਂ ਕਰ ਸਕਦੇ, ਚੰਗੀ ਗੱਲ ਦਾ ਉਪਦੇਸ਼ ਕਿਸੇ ਨੂੰ ਨਹੀਂ ਦੇ ਸਕਦੇ, ਉਹ ਅਧਿਆਪਕ ਨਹੀਂ ਬਣ ਸਕਦੇ ਸਨ। ਇੱਥੋਂ ਤੱਕ ਇਹਨਾਂ ਨੂੰ ਦਬਾ ਕੇ ਰੱਖਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਦੇ ਘਰ ਨੇ, ਗੁਰੂ ਨਾਨਕ ਸਾਹਿਬ ਦੇ ਘਰ ਨੇ ਸ਼ੁਰੂ ਤੋਂ ਹੀ ਆਵਾਜ਼ ਮਾਰੀ ਵੀ ਕੋਈ ਇੱਥੇ ਅਵਲ ਅੱਲਾ ਨੂਰ ਪਾਇਆ ਕੁਦਰ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਾਰੇ ਰੱਬ ਦੇ ਬਣਾਏ ਹੋਏ ਇਨਸਾਨ ਨੇ, ਇਹਨਾਂ ਦੇ ਪੈਦਾ ਹੋਣ ਦੇ ਤਰੀਕੇ ਇੱਕ ਨੇ, ਇਹਨਾਂ ਦਾ ਖੂਨ ਦਾ ਰੰਗ ਇੱਕ ਹੈ। ਇਹ ਨਹੀਂ ਕਿ ਬ੍ਰਾਹਮਣ ਦਾ ਖੂਨ ਜਿਹੜਾ ਲਾਲ ਤੇ ਦੂਜੇ ਚਿੱਟਾ, ਜਾਂ ਉਹਨਾਂ ਚਿੱਟਾ ਤੇ ਉਹਨਾਂ ਦਾ ਲਾਲ ਹੈ ਨਾ, ਸਾਰਿਆਂ ਦੇ ਸਿਸਟਮ ਇੱਕ ਨੇ, ਪੈਦਾ ਕਰਨ ਵਾਲਾ ਰੱਬ ਇੱਕ ਹੈ, ਸਾਰਿਆਂ ਦਾ ਮਾਤਾ ਪਿਤਾ ਰੱਬ ਅਕਾਲ ਪੁਰਖ ਪ੍ਰਮਾਤਮਾ ਹੈ। ਤੇ ਇਹ ਵਰਨ ਵੰਡ ਕਿਸ ਤਰ੍ਹਾਂ ਹੋਈ? ਇਸ ਗੱਲ ਨੂੰ ਜਾਤ ਮਾਨੀਏ, ਉੱਚ ਬ੍ਰਾਹਮਣ ਇਸ ਗੱਲ ਨੂੰ ਚੰਗਾ ਨਾ ਸਮਝੇ, ਕਿਉਂਕਿ ਉਹਨਾਂ ਦੀ ਰੋਟੀ ਚਲ ਗਈ, ਉਹਨਾਂ ਦੀ ਬਾਦਸ਼ਾਹੀ ਚਲੀ ਗਈ। ਭੁੱਲ ਕੇ ਵੀ ਗਰੀਬ ਬੰਦਾ ਜਿਹੜਾ ਵਰਨ ਵੰਡ 'ਚ ਸੀ, ਉਹ ਬਾਦਸ਼ਾਹੀ ਨਹੀਂ ਲੈ ਸਕਦਾ ਸੀ ਕਦੀ ਵੀ। ਕਹਿੰਦੇ ਨੇ ਜਦੋਂ ਇਹ ਵਰਨ ਵੰਡ ਹੋ ਗਈ, ਇਹ ਇਹਨਾਂ ਨੂੰ ਵੱਖਰੇ ਵੱਖਰੇ ਕਰ ਦਿੱਤੇ ਗਏ, ਤੇ ਲੋਕਾਂ ਨੇ ਇਹ ਗੱਲ ਫਲਾਣੀ ਸ਼ੁਰੂ ਕਰ ਦਿੱਤੀ ਵੀ ਇਹ ਜਿਹੜਾ ਗੁਰੂ ਨਾਨਕ ਦਾ ਧਰਮ ਹੈ ਨਾ, ਇਹ ਇਹਨਾਂ ਨੂੰ ਕਿਉਂਕਿ ਕਹਿ ਰਿਹਾ ਵੀ ਮੈਂ ਸਾਰਿਆਂ ਨੂੰ ਬਾਦਸ਼ਾਹੀ ਦੇ ਦੇਣੀ ਵੀ इन गरीब सिखों को दो पातशाही ये याद करें हमरी गुरियाई, इन गरीब सिखों को दो पातशाही ये याद करें हमरी गुरियाई। कहते मैं इन्हों राजे बना देना, बादशाह बना देना। ये गल उस वक्त दियां जो धार्मिक अखौती सन उन्होंने चंगा नहीं लगता सी। तो एक इन्हों का राइटर होया लिखता है भी गुरु नानक साहब महाराज ਜਿਹੜੇ ਨੇ ਉਹਨਾਂ ਨੇ ਨਿਮਰਤਾ, ਨਾਮ ਸਿਮਰਨ, ਸੱਚ ਦਾ ਹੋਕਾ ਦਿੱਤਾ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੁਨਿਆਵੀ ਗੱਲ ਸ਼ੁਰੂ ਕਰਤੀ, ਕਿਉਂਕਿ ਇਹ ਸ਼ਸਤਰਾਂ ਦਾ ਅਭਿਆਸ ਕਰਾਉਂਦੇ ਨੇ, ਘੋੜੇ ਰੱਖਦੇ ਨੇ, ਇਹ ਹਥਿਆਰ ਰੱਖਦੇ ਨੇ, ਇਹ ਸਿਪਾਹੀ ਬਣਾਉਂਦੇ ਨੇ, ਜਦ ਕਿ ਇਹ ਕਹਿੰਦੇ ਨੇ ਵੱਖਰਾ ਰਾਹ ਚੁਣ ਲਿਆ, ਇਹ ਧਰਮ ਦਾ ਰਾਹ ਨਹੀਂ ਹੈ। ਇਸੇ ਕਰਕੇ ਹਿੰਦੂ ਧਰਮ ਦੇ ਅੰਦਰ ਅੱਜ ਵੀ ਜਿਹੜਾ ਸਿਪਾਹੀ ਵਾਲਾ ਪੱਖ ਹੈ ਨਾ, ਉਹਨੂੰ ਵੱਖਰਾ ਕਰ ਦਿੱਤਾ ਗਿਆ, ਕਿਉਂਕਿ ਕਸ਼ਤਰੀ ਹੈ, ਧਰਮ ਵਾਲਾ ਕੰਮ ਸ੍ਰੇਸ਼ਟ ਹੈ। ਤੇ ਜਿਹੜਾ ਹਥਿਆਰ ਚੱਕੇ ਸੱਚ ਹੱਕ ਦੀ ਗੱਲ ਕਰੇ ਤੇ ਉਹਨੂੰ ਕਹਿੰਦੇ ਨਹੀਂ, ਇਹ 2 ਨੰਬਰ ਦੀ ਗੱਲ ਹੈ, ਇਹ ਧਰਮ ਦੇ ਬਰਾਬਰ ਨਹੀਂ ਹੈ, ਇਹ ਨੀਵਾਂ ਬੰਦਾ ਹੈ। ਇਹ ਸ਼ਸਤਰ ਦਾ ਧਰਮ ਦੀ ਕੀ ਲੋੜ ਹੈ? ਸ਼ਸਤਰ ਇਕੱਲੇ ਤਲਵਾਰ ਨਹੀਂ ਹੁੰਦੀ, ਤੀਰ ਨਹੀਂ ਹੁੰਦੇ, ਗੋਲੀ ਨਾਲ ਮਾਰਿਆ ਹੋਇਆ ਬੰਦਾ ਸ਼ਸਤਰ ਨਹੀਂ ਹੁੰਦਾ। ਇੱਕ ਸ਼ਸਤਰ ਹੁੰਦਾ, ਇੱਕ ਅਸ਼ਤਰ ਹੁੰਦਾ। ਅਸ਼ਤਰ ਹੁੰਦਾ ਦੂਰੋਂ ਗੋਲੀ ਮਾਰਨੀ, ਬੰਦੇ ਨੂੰ ਮਾਰ ਦੇਣਾ। ਸ਼ਸਤਰ ਹੋ ਗਿਆ ਕੋਲ ਜਾ ਕੇ ਡਾਂਗ ਨਾਲ, ਤਲਵਾਰ ਨਾਲ ਸਿਰ ਵੱਢ ਦੇਣਾ, ਮਾਰ ਦੇਣਾ, ਉਹ ਸ਼ਸਤਰ ਹੁੰਦਾ ਹੈ। ਕਹਿੰਦੇ ਨੇ ਉਹਨੇ ਲਿਖਿਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਨਿਮਰਤਾ ਦੇ, ਸੱਚ ਦਾ ਸੱਚ ਦੀ ਵਿਚਾਰਧਾਰਾ ਵਾਲੇ ਨੇ, ਉਹ ਇਹ ਗੱਲਾਂ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੱਖਰਾ ਹੀ ਆਪਣਾ ਪੰਥ ਚਲਾ ਲਿਆ। ਉਸ ਭੁੱਲੜ ਲਿਖਾਰੀ ਨੂੰ ਕੀ ਪਤਾ ਆਪਣੀ ਛੋਟੀ ਸੋਚ ਦੇ ਆਧਾਰ ਤੇ, ਕਿਉਂਕਿ ਜਿਸ ਸਾਂਚੇ 'ਚ ਉਹ ਪਲਿਆ ਨਾ, ਉਹਨੇ ਸੋਚ ਉਹੀ ਕਰਨੀ, ਕਿਉਂਕਿ ਉਹ ਉਹਨਾਂ ਦਾ ਹੀ ਜਿਹੜਾ ਮੰਨੂ ਨੇ ਵੰਡ ਕੀਤੀ ਨਾ, ਉਹਨਾਂ ਦੇ ਆਧਾਰ ਤੇ ਜੋ ਪੈਦਾ ਹੋਇਆ ਤੇ ਉਹਨਾਂ ਦਾ ਹੀ ਲਿਖਾਰੀ ਹੈ। ਤੇ ਉਹ ਆਪਣੇ, ਕਿਉਂਕਿ ਹਿੰਦੂ ਧਰਮ ਵਿੱਚ 4 ਹਿੱਸਿਆਂ 'ਚ ਵੰਡ ਕੀਤੀ ਗਈ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕੰਮ ਕਰ ਰਹੇ ਨੇ ਉਹਨੂੰ ਚੰਗਾ ਨਹੀਂ ਲੱਗਦਾ। ਕਹਿੰਦੇ ਨੇ ਇਤਿਹਾਸ ਵਿੱਚ ਲਿਖਿਆ ਮਿਲਦਾ, ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ, ਕਹਿੰਦੇ ਵੀ ਜਦੋਂ ਕਲਗੀਧਰ ਪਾਤਸ਼ਾਹ ਨੇ ਹੋਕਾ ਦਿੱਤਾ ਨਾ ਵੀ ਵਧੀਆ ਘੋੜੇ ਚਾਹੀਦੇ ਨੇ, ਜਵਾਨੀਆਂ ਚਾਹੀਦੀਆਂ ਨੇ, ਸ਼ਸਤਰ ਚਾਹੀਦੇ ਨੇ, ਹਥਿਆਰ ਚਾਹੀਦੇ ਨੇ, ਤੇ ਕੁਝ ਅਣਜਾਣ ਸਿੱਖਾਂ ਨੇ ਵੀ ਤੇ ਇਹਨਾਂ ਲੋਕਾਂ ਨੇ ਵੀ ਜਾ ਕੇ ਮਾਤਾ ਜੀ ਨੂੰ ਸ਼ਿਕਾਇਤ ਕੀਤੀ ਵੀ ਗੋਬਿੰਦ ਰਾਏ ਨੂੰ ਰੋਕੋ, ਗੋਬਿੰਦ ਰਾਏ ਨੂੰ ਰੋਕੋ, ਇਹ ਕਿਹੜੇ ਰਾਹ ਤੇ ਪੈ ਗਿਆ? ਇਹਨਾਂ ਨੂੰ ਕਹੋ
ਇਹਨਾਂ ਦਾ ਕੰਮ ਨਹੀਂ, ਇਹਨਾਂ ਦਾ ਕੰਮ ਹੈ ਕੇਵਲ ਨਾਮ ਜਪਣਾ। ਇਹਨਾਂ ਦਾ ਕੰਮ ਹੈ ਲੋਕਾਂ ਨੂੰ ਗੁਰਬਾਣੀ ਸੁਣਾਣੀ। ਇਹ ਗੁਰੂ ਗੋਬਿੰਦ ਸਿੰਘ ਨੂੰ ਘੋੜੇ ਰੱਖਣ ਦੀ ਜ਼ਰੂਰਤ ਨਹੀਂ ਹੈ, ਇਹਨਾਂ ਨੂੰ ਸ਼ਸਤਰ ਰੱਖਣ ਦੀ ਜ਼ਰੂਰਤ ਨਹੀਂ ਹੈ। ਮਾਤਾ ਜੀ ਨੂੰ ਕਹਿੰਦੇ ਮਾਤਾ ਜੀ ਰੋਕੋ ਇਹਨਾਂ ਨੂੰ, ਇਹ ਕਿਹੜੇ ਰਾਹ ਤੇ ਤੁਰ ਪਏ ਨੇ। ਜਦੋਂ ਇਹ ਗੱਲ ਮਾਤਾ ਜੀ ਨੂੰ ਪਤਾ ਲੱਗੀ ਨਾ, ਤੇ ਉਹਨਾਂ ਨੇ ਆਪਣੇ ਪੁੱਤਰ ਨਾਲ ਸਾਂਝੀ ਕੀਤੀ, ਗੋਬਿੰਦ ਰਾਏ ਨਾਲ ਗੱਲ ਸਾਂਝੀ ਕੀਤੀ ਵੀ ਬੇਟਾ ਇਸ ਤਰ੍ਹਾਂ ਦੇ ਲੋਕ ਮੈਸੇਜ ਦੇ ਰਹੇ ਨੇ, ਕਹਿੰਦੇ ਨੇ ਤੁਹਾਡੇ ਪੁੱਤਰ ਨੇ ਨਵਾਂ ਹੀ ਰਾਹ ਚੁਣ ਲਿਆ, ਜਦ ਕਿ ਇਸ ਤੋਂ ਪਹਿਲਾਂ 9 ਪਾਤਸ਼ਾਹੀਆਂ ਨੇ ਇਹ ਰਸਤਾ ਨਹੀਂ ਅਖਤਿਆਰ ਕੀਤਾ ਸੀ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਚਲੋ ਜੀ ਠੀਕ ਹੈ, ਮੈਂ ਹਥਿਆਰਾਂ ਦੀ ਗੱਲ ਕਰਦਾ, ਮੈਂ ਘੋੜਿਆਂ ਦੀ ਗੱਲ ਕਰਦਾ, ਮੈਂ ਚੰਗੇ ਜਵਾਨੀਆਂ ਦੀ ਗੱਲ ਕਰਦਾ, ਮੈਂ ਫੌਜਾਂ ਦੀ ਗੱਲ ਕਰਦਾ, ਪਰ ਇਹਨਾਂ ਨੂੰ ਪੁੱਛੋ ਤੁਸੀਂ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਿਉਂ ਕੀਤਾ? ਵੀ ਉਹਨਾਂ ਦੇ ਕੋਈ ਘੋੜੇ ਤਾਂ ਨਹੀਂ ਰੱਖੇ ਸਨ, ਕੋਈ ਹਥਿਆਰ ਤਾਂ ਨਹੀਂ ਰੱਖੇ ਸਨ, ਕੋਈ ਜਵਾਨੀਆਂ ਤਾਂ ਨਹੀਂ ਮੰਗੀਆਂ। ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿ ਰਹੇ ਨੇ ਵੀ ਉਹਨਾਂ ਨੇ ਕੋਈ ਹਥਿਆਰ ਤਾਂ ਨਹੀਂ ਸਨ ਰੱਖੇ। ਕਹਿਣ ਲੱਗੇ ਰਾਈਟਰ ਨੂੰ ਲਿਖਦੇ ਨੇ, ਜਾਦੂਮਈ ਸਰਕਾਰ ਨੂੰ ਕਹਿਣ ਲੱਗੇ, ਨੂੰ ਲਿਖਾਰੀ ਨੂੰ ਕਹਿਣ ਲੱਗੇ, ਕਹਿੰਦੇ ਇਹ ਲਿਖਾਰੀ ਜਦੋਂ ਤੁਸੀਂ ਇੱਥੋਂ ਸ਼ੂਦਰਾਂ ਦੇ ਉੱਪਰ ਅਤਿਆਚਾਰ ਕਰਦੇ ਉਹਨਾਂ ਕੋਲੋਂ, ਜਿਨ੍ਹਾਂ ਕੋਲੋਂ ਤੁਸੀਂ ਉਹਨਾਂ ਦੀ ਉਜਰਤ ਨਹੀਂ ਦਿੰਦੇ, ਉਹਨਾਂ ਨੂੰ ਪੈਸਾ ਨਹੀਂ ਦਿੰਦੇ, ਉਹਨਾਂ ਨੂੰ ਕੁੱਟਦੇ ਮਾਰਦੇ ਹੋ, ਉਦੋਂ ਤੁਹਾਡਾ ਧਰਮ ਕਿੱਥੇ ਗਿਆ ਜਿਹਨੂੰ ਤੁਸੀਂ ਧਰਮ ਕਹਿੰਦੇ ਹੋ? ਜਿਹਨੂੰ ਤੁਸੀਂ ਕਹਿੰਦੇ ਧਰਮ, ਤੁਸੀਂ ਲੋਕਾਂ ਦੇ ਅਤਿਆਚਾਰ ਕਰਦੇ ਹੋ। ਮੈਂ ਪਹਿਲਾਂ ਬੇਨਤੀ ਕੀਤੀ, ਹਥਿਆਰ ਉਹ ਨਹੀਂ ਹੁੰਦਾ, ਇੱਕ ਪੱਖ ਉਹ ਵੀ ਹਥਿਆਰ ਹੈ, ਤਲਵਾਰ, ਸ਼ਸਤਰ, ਅਸ਼ਸਤਰ, ਗੋਲੀ, ਬੰਦੂਕ, ਇਹ ਵੀ ਹਥਿਆਰ ਨੇ। ਪਰ ਇੱਕ ਹਥਿਆਰ ਉਹ ਹੁੰਦਾ ਜਿਹੜਾ ਬੰਦੇ ਦੀ ਵਿਚਾਰਧਾਰਾ ਲੋਕਾਂ ਨੂੰ ਜ਼ਬਰਦਸਤੀ ਕੰਮ ਕਰਾਉਣਾ, ਜ਼ਬਰਦਸਤੀ ਲੁੱਟਣਾ, ਇਹ ਵੀ ਇੱਕ ਹਥਿਆਰ ਨੀਤੀ ਹੈ। ਇੱਦਾਂ ਵੀ ਲੋਕਾਂ ਮਾਰੇ ਜਾਂਦੇ ਨੇ। ਇੱਕ ਲੋਕ ਹੁੰਦੇ ਨੇ ਜਿਹਨਾਂ ਨੂੰ ਗੋਲੀ ਮਾਰੀ ਜਾਂਦੀ ਹੈ, ਜਿਹਨਾਂ ਸਿਰ ਵੱਢਿਆ ਜਾਂਦਾ ਹੈ, ਮਾਰ ਦਿੱਤਾ ਜਾਂਦਾ ਹੈ। ਇੱਕ ਉਹ ਲੋਕ ਨੇ ਜਿੰਦੇ ਰੱਖੇ ਜਾਂਦੇ ਨੇ ਪਰ ਮਾਨਸਿਕ ਤੌਰ ਤੇ ਮਾਰਿਆ ਜਾਂਦਾ ਹੈ। ਉਸ ਰਾਈਟਰ ਨੂੰ ਇਹ ਲਿਖਿਆ ਜਾਂਦਾ ਵੀ ਤੁਹਾਨੂੰ, ਤੁਸੀਂ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਦਾ ਧਰਮ ਚਲਾਇਆ ਹੈ, ਤੁਸੀਂ ਕਿਉਂ ਵੈਸ਼ ਉੱਪਰ ਅਤਿਆਚਾਰ ਕਰਦੇ ਹੋ? ਚਾਹੇ ਉਹਨੂੰ ਅਨਾਜ ਮੰਗਦੇ ਵੀ ਸਾਨੂੰ ਜ਼ਮੀਨ 'ਚ ਇੰਨਾ ਦਾਣਾ ਦੇ, ਇਹ ਤੈਨੂੰ ਕੁਝ ਨਹੀਂ ਦੇਣਾ, ਤੂੰ ਭੁੱਖਾ ਮਰ, ਜੋ ਮਰਜ਼ੀ ਕਰ, ਇਹ ਸਾਰਾ ਅਨਾਜ ਸਾਡੇ ਕੋਲ ਪਹੁੰਚਾ, ਸਾਡੇ ਬ੍ਰਾਹਮਣ ਕੋਲ ਪਹੁੰਚਾ, ਤੈਨੂੰ ਨਹੀਂ ਮਿਲਣਾ। ਤੁਸੀਂ YouTube ਤੇ ਜਾ ਕੇ ਨਾ ਪੁਰਾਣਾ ਇਤਿਹਾਸ ਖੋਲ ਕੇ ਦੇਖ ਲਓ, ਪੁਰਾਣਾ ਇਤਿਹਾਸ ਖੋਲ ਕੇ ਦੇਖ ਲਓ। ਇੱਥੋਂ ਦੇ ਜਦੋਂ ਮੰਨੂ ਨੇ ਵੰਡ ਕੀਤੀ ਨਾ, ਇਹਦੇ 4 ਹਿੱਸੇ ਕੀਤੇ ਨੇ, ਤੇ ਉਸ ਵਕਤ ਦੇ ਹਾਲਾਤ ਦੇਖੋ ਕੀ ਨੇ। ਧੰਨ ਕਲਗੀਧਰ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਦੇ ਘਰ ਨੇ ਇੱਕ ਗੱਲ ਹੋਕਾ ਦਿੱਤਾ ਵੀ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸੋ ਕਿਆ ਰੀਸ। ਇਸ ਕਰਕੇ ਜਿੱਥੇ ਵਰਨ ਵੰਡ ਹੋਈ ਉੱਥੇ ਨਿੱਕੀ ਨਿੱਕੀਆਂ ਜਾਤਾਂ ਪਾਤਾਂ ਬਣ ਗਈਆਂ। ਇਸ ਕਰਕੇ ਸਿੱਖ ਦੇ ਨਾਂ ਦੇ ਨਾਲ ਜਿਹੜੀ ਜਾਤ ਪਾਤ ਲਾਉਣੀ ਮਨਾ ਹੈ। ਜਿਹੜਾ ਸਿੱਖ ਆਪਣੇ ਨਾਲ ਜਾਤ ਲਿਖਦਾ ਨਾ, ਉਹ ਸਿੱਖ ਨਹੀਂ ਹੋ ਸਕਦਾ। ਜੋ ਸਿੱਖ ਹੈ ਉਹ ਜਾਤ ਨਹੀਂ ਲਿਖਦਾ। ਅੱਜ ਸਾਡੇ ਨਾਵਾਂ ਦੇ ਅੰਦਰ ਕੋਈ ਸੂਦਨ, ਕੋਈ ਸਾਸਨ, ਕੋਈ ਰੈਣਾ, ਕੋਈ ਕੋੜਾ, ਇਹਨਾਂ ਨੇ ਸਾਨੂੰ ਆਪਸ ਚ ਪਾਟੋ ਧਾਰ ਕਰਕੇ ਰੱਖ ਦਿੱਤੇ। ਸੋ ਲੋੜ ਹੈ ਜਿੱਥੇ ਵਰਨ ਵੰਡ ਹੋਈ ਉਹਦੇ ਖਿਲਾਫ ਗੁਰੂ ਨਾਨਕ ਸਾਹਿਬ ਨੇ ਆਵਾਜ਼ ਉਠਾਈ, ਤੇ ਉੱਥੇ ਸਾਡਾ ਵੀ ਫਰਜ਼ ਬਣਦਾ ਹੈ। ਜੇ ਸਾਡੇ ਵਿੱਚ ਅਸੀਂ ਪਾਰ ਪਾਈ ਬੈਠੇ ਵੀ ਫਲਾਣਾ ਬੰਦਾ ਮੁਜ਼ੱਫਰਾਬਾਦ ਦਾ, ਫਲਾਣਾ ਬੰਦਾ ਪੁੰਛ ਦਾ, ਫਲਾਣਾ ਬੰਦਾ ਕਸ਼ਮੀਰ ਦਾ, ਫਲਾਣਾ ਬੰਦਾ ਪੰਜਾਬ ਦਾ, ਫਲਾਣਾ ਬੰਦਾ ਹਰਿਆਣੇ ਦਾ, ਫਲਾਣਾ ਬੰਦਾ ਦਿੱਲੀ ਦਾ, ਇਹ ਦਿੱਲੀ ਦਾ ਭਾਵ ਹੈ। ਇਹ ਗੱਲਾਂ ਸਾਨੂੰ ਖਤਮ ਕਰਨੀ ਚਾਹੀਦੀ ਹੈ। ਇਤਿਹਾਸ ਪੜ੍ਹਦਿਆਂ ਸਾਡੀ ਜ਼ਿੰਦਗੀ ਅੰਦਰ ਵਸ ਜਾਣਾ ਚਾਹੀਦਾ ਹੈ। ਇਸ ਨੂੰ ਕਹਿੰਦੇ ਜੋ ਗੁਰੂ ਕਹੈ ਸੋਈ ਭਲ ਮਾਨੋ, ਹਰ ਹਰ ਕਥਨ ਨਾਲੇ ਆਓ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਤੋਂ, ਮਹਾਰਾਜ ਜੀ ਤੋਂ ਬਲਿਹਾਰ ਜਾਈਏ, ਜੋ ਸਾਨੂੰ ਆਪਣੀ ਗੋਦ 'ਚ ਬਿਠਾ ਕੇ ਸਾਨੂੰ ਆਪਣੀ ਬਾਣੀ ਤੇ ਆਪਣਾ ਮਹਾਨ ਇਤਿਹਾਸ ਸਾਨੂੰ ਬਖਸ਼ਿਸ਼ ਕਰਦੇ ਨੇ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਆ। ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਆਓ ਜੇ ਮਾਫ ਕਰ ਦਿਓ, ਗੱਜ ਕੇ ਬੁਲਾਓ ਫਤਿਹ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ